ਭਾਈ ਸੇਵਾ ਸਿੰਘ ਜੀ ਧਰਮਾਲਾ ਜੀ ਦੇ ਆਸ਼ੀਰਵਾਦ ਸਦਕਾ ਮਹਾਨ ਗੁਰਮਤਿ ਸਮਾਗਮ, ਕਵਿਸ਼ਰੀ, ਕੀਰਤਨ, ਢਾਡੀ ਵਾਰਾਂ ਅਤੇ ਅਕੱਥ ਕਥਾ 5 ਸਤੰਬਰ ਦਿਨ ਐਤਵਾਰ 2021 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ टाउन एक्सटेंशन लुधियाना विखे होया। ये गुरमत समागम गुरुद्वारा प्रभु मिलने का चाओ मोगा वालों करवाया गया। इस मौके गुरु का लंगर अटुट वरताया गया। ये गुरमत समागम भाई दलबीर सिंह जी धरमाला की रहनुमाई हेठ करवाया गया। साडी टीम ने कुलवंत सिंह सिद्धू जी नाल गलबात की, जिन्हां ने सानू इस महान गुरमत समागम बारे विस्तृत जानकारी दी। सर, जो महान गुरमत समागम हो रहा है, की कहना चाहोगे कि ये ਜਿਹੜੇ ਸਮਾਗਮ ਨੇ, ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਜੋ ਪੀੜਾ ਪਾਈਆਂ ਸੀਗੀਆਂ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਦੀਆਂ, ਉਹੀ ਪੀੜਾ ਲੈ ਕੇ ਜਿਹੜੇ ਉਹਨਾਂ ਦੇ ਬੇਟੇ ਨੇ ਉਹ ਵੀ ਸੇਵਾ ਜਿਹੜੀ ਹੈਗੀ ਹੈ ਉਹਨੂੰ ਅੱਗੇ ਵਧਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਤੁਸੀਂ ਮਹਾਨ ਗੁਰਮਤ ਸਮਾਗਮ ਦੀ ਗੱਲ ਕਰੀ, ਇਹ ਉਹ ਗੁਰਮਤ ਸਮਾਗਮ ਹੈ ਜਿਹੜਾ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਦੇ ਬਰਸੋਏ, ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ ਬ੍ਰਹਮ ਗਿਆਨ ਯੂਨੀਵਰਸਿਟੀ ਮੋਗਾ ਦੇ ਮੁਖੀ, ਉਹਨਾਂ ਦੇ ਪਿਤਾ ਬਾਨੀ ਸਨ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹਨਾਂ ਨੇ ਐਸੀ ਚੇਟਕ ਲਾਈ ਹੈ ਕਿ ਅੱਜ 100 ਨਹੀਂ ਹਜ਼ਾਰਾਂ ਭਾਈ ਸੇਵਾ ਸਿੰਘ ਧਰਮਾਲਾ ਜੀ ਨੇ ਆਪਣਾ ਰੂਪ ਬਣਾ ਦਿੱਤਾ। ਤੁਸੀਂ ਗੱਲ ਕੀਤੀ ਹੈ ਬੈਟਰੀ ਚਾਰਜ ਹੋਣ ਦੀ, ਮੈਂ ਕਹਿੰਦਾ ਜੇ ਬੈਟਰੀ ਡੈਡ ਬਿਲਕੁਲ ਹੋਈ ਹੋਵੇ ਤਾਂ ਇਹ ਅਧਿਆਤਮ ਦੀ ਕਲਾਸ ਲਾ ਕੇ ਐ ਪਟਾਕੇ ਮਾਰਦੇ ਆ ਜਿੱਦਾਂ ਨੰਗੀ ਤਾਰ ਨੂੰ ਦੂਜੀ ਤਾਰ ਜੋੜਦੇ ਆ। ਤੇ ਮੇਰਾ ਰੋਮ ਉਹਨਾਂ ਦਾ ਕਰਜ਼ਦਾਰ ਆ ਕਿ ਜਿਨ੍ਹਾਂ ਨੇ ਇੱਕ ਨਵੀਂ ਖੇਡ ਸੰਗਤ ਨੂੰ ਦੱਸ ਕੇ ਉਸ ਸੱਚੇ ਪਿਤਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਦਰਸਾਇਆ। ਫੌਜਾਂ ਜਦੋਂ ਲੜਾਈ ਤੇ ਜਾਂਦੀਆਂ ਟਾਰਗੇਟ ਦਿੱਤਾ ਜਾਂਦਾ ਕਿ ਇਸ ਜਗ੍ਹਾ ਤੇ ਨਿਸ਼ਾਨਾ ਲਾਉਣਾ, ਕਮਾਂਡਰ ਦੱਸਦਾ ਇਸ ਜਗ੍ਹਾ ਤੇ ਹਮਲਾ ਕਰਨਾ। ਸਿਮਰਨ ਪਹਿਲਾਂ ਵੀ ਦੁਨੀਆ ਬਹੁਤ ਜਥੇਬੰਦੀਆਂ ਕਰਾਉਂਦੀਆਂ ਸੀ, ਪਰ ਇੱਕ ਸੱਚ ਦੀ ਖੇਡ ਜਿਹੜੀ ਦਰਸਾਈ ਉਹ ਮੇਰੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਨੇ ਦਰਸਾਈ। ਅੱਜ ਹਜ਼ਾਰਾਂ ਲੱਖਾਂ ਅੱਜ ਉਹਨਾਂ ਦਾ ਮਰੀਜ਼ ਹੈ, ਇਸ ਕਰਕੇ ਕਿਉਂਕਿ ਗੁਰੂ ਨਾਲ ਜੋੜਦੇ ਨੇ, ਹੋਰ ਕੋਈ ਗੱਲ ਨਹੀਂ। ਅਧਿਆਤਮ ਤੋਂ ਬਿਨਾਂ ਕੋਈ ਗੱਲ ਨਹੀਂ। ਅਜਿਹਾ ਮੌਕਾ ਲੁਧਿਆਣੇ ਦੀ ਸੰਗਤ ਨੂੰ ਅਨੇਕਾਂ ਵਾਰ ਦੇ ਚੁੱਕੇ ਨੇ। ਮੈਂ ਹੁਣ ਤਹਿ ਦਿਲ ਤੋਂ ਧੰਨਵਾਦ ਕਰਦਾ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ ਦਾ। ਮੈਂ ਸਮਝਦਾ ਵੀ ਮੇਰੇ ਆਸੇ ਪਾਸੇ ਉਹਨਾਂ ਦੇ ਬਣਾਏ ਹੋਏ ਸੰਤ ਸਿਪਾਹੀ ਬੈਠੇ ਨੇ, ਇੱਥੇ ਇਸ ਕਮਰੇ ਵਿੱਚ ਮਹਿਕਾਂ ਆ ਰਹੀਆਂ। ਕਿਹਦੀਆਂ ਮਹਿਕਾਂ ਆ ਰਹੀਆਂ? ਉਹ ਸੱਚ ਦੀਆਂ, ਜੋ ਇਹਨਾਂ ਦੇ ਅੰਦਰ ਉਹਨਾਂ ਨੇ ਬਿਰਾਜਮਾਨ ਕਰ ਦਿੱਤਾ। ਤੇ ਆਪਣੀ ਮਹਿਕ ਇਹ ਸੰਗਤ ਦੇ ਵਿੱਚ ਐਂ ਬਣਦੇ ਆ ਕਿ ਜਿਸ ਤਰ੍ਹਾਂ ਮਾਂ-ਬਾਪ ਖੁਸ਼ ਹੋ ਕੇ ਆਪਣੇ ਬੱਚਿਆਂ ਨੂੰ ਪ੍ਰਸ਼ਾਦਾ ਜਾਂ ਬਖਸ਼ੀਆਂ ਦਿੰਦਾ। ਤੇ ਮੈਂ ਸਮਝਦਾ ਵੀ ਇਸ ਤੋਂ ਵੱਡਾ ਕੋਈ ਪਰਉਪਕਾਰੀ ਸੰਤ ਨਹੀਂ ਹੋ ਸਕਦਾ, ਪਰਉਪਕਾਰੀ ਸਾਧੂ ਨਹੀਂ ਹੋ ਸਕਦਾ ਕਿ ਜਿਹੜਾ ਸੰਗਤ ਨੂੰ ਆਪਣੀ ਪ੍ਰੇਰਣਾ ਰਾਹੀਂ ਗੁਰੂ ਮਰਿਆਦਾ ਦੇ ਵਿੱਚ ਰਹਿ ਕੇ, ਕੱਚੀ ਬਾਣੀ ਨਹੀਂ, ਗੁਰੂ ਮਰਿਆਦਾ ਦੇ ਵਿੱਚ ਰਹਿ ਕੇ ਸੰਗਤ ਨੂੰ ਸੱਚ ਦੇ ਨਾਲ ਜੋੜਦਾ ਹੋਵੇ। ਮੈਂ ਉੱਥੇ ਜਾਣਾ, ਮੈਨੂੰ ਵੀ ਮੌਕਾ ਮਿਲਿਆ, ਕਦੇ ਨਹੀਂ ਉਹ ਕਹਿੰਦੇ ਵੀ ਤੂੰ ਪਹਿਲਾਂ ਦਾੜੀ ਕੱਟਦਾ, ਤੂੰ ਕੇਸ ਕੱਟਦਾ। ਮੈਂ ਵੀ ਤੁਹਾਡੇ ਵਰਗਾ ਸੀ ਪਹਿਲਾਂ, ਪਰ ਜਦੋਂ ਸੰਗਤ ਦਾ ਮੌਕਾ ਮਿਲਿਆ ਹੌਲੀ ਹੌਲੀ ਮਨ ਧੋਤਾ, ਫਿਰ ਤਾਂ ਆਪੇ ਧੋਤਾ ਗਿਆ। ਦੇਖੋ ਏਡੇ ਸੋਹਣੇ ਕੇਸ ਨੇ, ਦਾੜੀ ਹੈ, ਇਹ ਸਭ ਉਹਨਾਂ ਦੀ ਬਖਸ਼ਿਸ਼ ਹੈ। ਜਨਮ ਵਾਲੀ ਲੱਖ ਚੰਦੀ ਮਹਿਰ ਜਦੋਂ ਸਾਸ ਬੰਦਗੀ ਕਰੋਦੇ ਨੇ, ਸਾਸ ਬੰਦਗੀ ਕਰੋਦੇ ਨੇ। ਲੱਖ ਜਾਵੇ ਹੋਵੇ ਵਾਲਾ ਰੋਗ ਚੰਦਰਾ, ਲੱਖ ਜਾਵੇ ਹੋਵੇ ਵਾਲਾ ਰੋਗ ਚੰਦਰਾ। ਸੱਚੇ ਨਾਮ ਬਾਰੇ ਮਿਲਦੇ ਦਵਾ, ਸਾਧ ਸੰਗਤ ਦੇ ਬਾਝੋਂ ਮਣਾ ਮੇਰਿਆ, ਵੀਰਾ ਜਨਮ ਨਾ ਦੇਵੀ ਤੂੰ ਗਵਾ। ਸਾਧ ਸੰਗਤ ਦੇ ਬਾਝੋਂ ਮਣਾ ਮੇਰਿਆ, ਵੀਰਾ ਜਨਮ ਨਾ ਦੇਵੀ ਤੂੰ ਗਵਾ।
संगत से आगे मनाया कि जाके बड़ा पछतावेगा, अगे जाके बड़ा पछतावेगा। सदा करो वक्त भिंड मारो तेरी बैठे रहना करके जहान पूज जाएगा, करके जहान पूज जाएगा। सब मिलने से ताकी वाजा मारते, सब मिलने से ताकी वाजा मारते। एक बार संगत विच संगत दे बाजो बना मेरे हीरा जन्म न देवी तू गवा। सत संगत दे बाजो बना मेरे हीरा जन्म न देवी तू गवा, हीरा जन्म न देवी तू गवा। इस तरह गुरमुखो जेड़े जी फिर संगत नहीं न करते, अपने मनुखा जामे की बाजी नूं संसार तो हार के चले। Naam
ਢਾਡੀ ਜਥੇ बड़ी चढ़ती कला में आप सिख संगत नूं ढाडी वारा राही गुरु का जस और साडे मन नूं समझण वास्ते बड़ा कुछ बोल के गए। मैनूं हुक्म मिले है जो भाई साहब भी अक्सर कहते होंगे, भाई साहब भाई सेवा सिंह जी तरमाला जी, कुलवंत सिंह तू यत्न करना याद तो ज्यादा इतिहास कहना है। सो मैं अज भी उही रंग देख रहा, वही हुण मिले गुरमुखां वल्लों। इच्छा भी बनी है कि धन धन साहिब श्री गुरु गुरु तेग बहादुर साहब महाराज जी का 400 साला प्रकाश उत्सव है, शताब्दी है 400 साला। तो वो सतगुरु करना पीता भाइयों नूं कतल देता कैद विच पाया, भैण जेलां विच रोवे कहंदी धन मांज जाया, दुनिया जाने जाने तैनू बड़ी दूर दूर कलमे पढ़ना पढ़ना सानू है नहीं मंजूर कलमे पढ़ना। जैसे सत फुल तेरे ते चढ़ावे जरा कन लाग सुना, हाँ के कागरा चौंदे परदे परदे फिर गए अल्लाह दा जरूर कलमे पढ़ना पढ़ना सानू है नी मंजूर कलमे पढ़ना। साडे सेवक तुसाने पहला कंडे उत्ते हाड़े पावे देखते बाड़े पावे आरा नाल पाड़े रोशन हो गए जैसे मियां मंसूर कलमे पढ़ना पढ़ना सानू है नी मंजूर कलमे पढ़ना। साडे सिरां नाल जाओ साडा दीन ते अमान, साडा हले नासदा हले कीमिया समान तू भी जाने जानेंगे ता मंजला में दूर कलमे पढ़ना पढ़ना सानू है नी मंजूर कलमे पढ़ना। असी बलिदान दे के हिस्सा भैण नूं बचाउणा,
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਜ਼ਿੰਦਗੀ ਰੋਜ਼ ਦਾ ਆਨੰਦ ਮਾਣ ਰਹੇ। ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਵਡਭਾਗੀ ਹੈ जो मालिक निरंकार ने कृपा की है, अपने सारे परिवार के इस भाग्या समा ये सत संगत आपा नूं बख्शिश की है। जो साहिब श्री गुरु ग्रंथ साहिब महाराज की बाणी का ज्ञान जो सानू जीवन की जांच जीवन की सोझी बख्शिश कर रहे हैं, जो ये ज्ञान साडे टीचर भाई साहब भाई सेवा सिंह जी करमाला महापुरखा ने संसार दे विच आके सानू बख्शिश किया है। आपां सारियां ने चाहे कविश्री के राही चाहे ढाडी वारां दे राही चाहे कीर्ति कीती है गुरमुखां ने सानू साडे इस जीवन की जांच समझाई, सानू साडे जीवन का मनोरथ जो असी लैके संसार दे विच आए हैं उसका ज्ञान दिता कि इस मनोरथ को किवें पूर्ण किया जा सकता है। साडे जीवन का जिहड़ा मकसद है संपूर्ण हो जाए, उहदे वास्ते असीं की करिए। ये ज्ञान सतगुरु की बाणी का महापुरखा ने समझाया, आपां सरवण किया। सब तो पहला तो जिहड़ा ये मानस जन्म ही है सानू साडी कीती हुई प्रार्थना भगती के मुताबिक प्राप्त होता है। बिना भगती तो बिना सिमरन तो
ਇਹ ਜਿਹੜੀ ਅਮੁੱਲੀ ਦਾਤ ਹੈ ਨਾ ਮਾਨਸ ਜਨਮ ਦੀ, ਇਹ ਸਾਨੂੰ ਪ੍ਰਾਪਤ ਨਹੀਂ ਹੁੰਦੀ। ਤਾਂ ਹੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਹੁਣ ਸਾਨੂੰ ਪਤਾ ਨਹੀਂ ਸਹਿ ਸੁਭਾਅ ਹੀ ਸਾਡੇ ਇਹ ਮਨ ਨੇ ਜਿੰਨੀ ਕੁ ਸੇਵਾ ਕੀਤੀ ਤਾਂ ਹੀ ਸਾਨੂੰ ਕਈ ਯੁੱਗ ਲੱਗ ਗਏ, ਤਾਂ ਹੀ ਸਾਨੂੰ ਇੰਨਾ ਸਮਾਂ ਲੱਗ ਗਿਆ ਜਿਹਨੂੰ ਪਾਤਸ਼ਾਹ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਵਿਲਹੀ। ਜਿਵੇਂ ਹੁਣ ਸਾਨੂੰ ਮਹਾਂਪੁਰਖਾਂ ਨੇ ਸਤਿਗੁਰ ਦੀ ਬਾਣੀ ਰਾਹੀਂ ਗਿਆਨ ਦਿੱਤਾ ਹੈ, ਸੋਝੀ ਦਿੱਤੀ ਹੈ, ਇਹ ਮਾਨਸ ਜਨਮ ਵਿੱਚ ਕਿਵੇਂ ਆਪਾਂ ਸੇਵਾ ਕਰਨੀ ਤੇ ਉਹ ਸੇਵਾ ਦਾ ਫਲ ਕਿਸ ਤਰੀਕੇ ਨਾਲ ਕਰਨੀ ਜੇ ਸਾਨੂੰ ਪ੍ਰਾਪਤ ਹੋਵੇ। ਤਨ ਦੀ ਸੇਵਾ ਆਪਾਂ ਕਰਦੇ ਹਾਂ, ਲੇਕਿਨ ਜਿਹੜਾ ਸਾਡਾ ਇਹ ਮਨ ਹੈ ਇਸਨੇ ਕਿਸ ਤਰੀਕੇ ਨਾਲ ਸੇਵਾ ਕਰਨੀ ਹੈ। ਸੰਤਾਂ ਦੀ ਸੇਵਾ ਕਰਨ ਦੇ ਨਾਲ ਸਾਨੂੰ ਕੀ ਫਲ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸੇਵਾ ਕਰਨ ਦੇ ਨਾਲ ਸਾਨੂੰ ਕੀ ਫਲ ਪ੍ਰਾਪਤ ਹੁੰਦਾ ਹੈ, ਤੇ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਸਾਨੂੰ ਕੀ ਜਿਹੜਾ ਇਹ ਫਲ ਪ੍ਰਾਪਤ ਹੁੰਦਾ ਹੈ। ਹੁਣ ਦ੍ਰਿਸ਼ਮਾਨ ਰੂਪ ਦੇ ਵਿੱਚ ਆਪਾਂ ਜਿਸ ਤਰ੍ਹਾਂ ਗੁਰਮੁਖਾਂ ਨੂੰ ਦੇਖਦੇ ਆ, ਸੰਤਾਂ ਦੀ ਸੇਵਾ ਕਰਦੇ ਨੇ, ਜਲ ਪਾਣੀ ਛਕਾਉਂਦੇ ਨੇ, ਵਸਤਰ ਭੇਟਾ ਕਰਦੇ ਨੇ। ਸਤਿਗੁਰ ਦੀ ਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਕਿ ਇਹ ਜਿਹੜਾ ਸਾਡੇ ਮਨ ਨੇ ਸੇਵਾ ਕਰਨੀ ਉਹ ਸੰਤਾਂ ਦੀ ਕਿਵੇਂ ਕਰਨੀ ਹੈ। ਮਹਾਂਪੁਰਖਾਂ ਦੀ ਸੰਗਤ ਕਰਕੇ ਭੇਦ ਆਇਆ, ਜਿਹੜਾ ਅਸੀਂ ਇਹ ਸਿਮਰਨ ਕਰਦੇ ਹਾਂ, ਸਾਧੂ ਜਨਾਂ ਦੇ ਵਚਨ ਕਮਾਉਂਦੇ ਹਾਂ, ਇਹ ਉਹਨਾਂ ਦੀ ਸੇਵਾ ਹੈ। ਜਿਹੜਾ ਆਪਾਂ ਨੂੰ ਸਤਿਗੁਰੂ ਗੁਰਬਾਣੀ ਦੇ ਵਿੱਚ ਗਿਆਨ ਦਿੰਦੇ ਨੇ, ਸੋਝੀ ਦਿੰਦੇ ਨੇ, ਸੰਤ ਕੀ ਸੇਵਾ ਨਾਮ ਤਿਆਗੀ ਹੈ। ਇਹ ਸੰਤਾਂ ਦੀ ਸੇਵਾ ਦਾ ਸਾਨੂੰ ਫਲ ਮਿਲਦਾ ਜਦੋਂ ਆਪਾਂ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ। ਸਾਡੀ ਸੁਰਤੀ ਜਿਹੜੀ ਹੈ ਨਾ, ਜਿਸ ਫਲ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਵਿੱਚ ਆਪਾਂ ਆਏ ਹਾਂ, ਉਹ ਨਾਮ ਰਤਨ ਨਾਮ ਨਿਧਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪਹਿਲੇ ਜਨਮਾਂ ਦੇ ਵਿੱਚ ਨਾ ਗਿਆਨ ਹੋਣ ਕਰਕੇ, ਜਿਵੇਂ ਹੁਣ ਵੀ ਸਹਿ ਸੁਭਾਅ ਕਈ ਐਸੇ ਗੁਰਮੁਖ ਨੇ, ਇੱਕ ਨਹੀਂ ਅਸੰਖਾਂ ਨੇ, ਜਿਨ੍ਹਾਂ ਨੂੰ ਨਾ ਕਦੀ ਸਿਮਰਨ ਕੀਤਾ, ਨਾ ਕਦੀ ਸੰਗਤ ਕੀਤੀ, ਲੇਕਿਨ ਮਾਲਕ ਨਿਰੰਕਾਰ ਪਿਤਾ ਸਾਡਾ ਦਿਆਲ ਹੈ ਆਵਾਜ਼ ਦਿੰਦਾ, ਉਹਨਾਂ ਨੂੰ ਕਈ ਵਾਰ ਸੁਣਨਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਨਾ ਭੇਦ ਹੋਣ ਕਰਕੇ ਵੀ ਅੰਦਰੋਂ ਉਹ ਆਵਾਜ਼ ਜਿਹੜੀ ਸਾਨੂੰ ਆ ਰਹੀ ਹੈ, ਜਿਹੜੀ ਸਾਨੂੰ ਧੁਨ ਪ੍ਰਗਟ ਹੋ ਰਹੀ ਹੈ, ਜਿਸ ਨੂੰ ਗੁਰਬਾਣੀ ਵਿੱਚ ਸਹਿਜ ਧੁਨ ਕਹਿ ਦਿੱਤਾ ਹੈ, ਜਿਸ ਨੂੰ ਗੁਰਬਾਣੀ ਵਿੱਚ ਨਾਮ ਕਹਿ ਦਿੱਤਾ ਹੈ, ਜਿਸ ਨੂੰ ਗੁਰਬਾਣੀ ਵਿੱਚ ਗੁਰੂ ਨਾਨਕ ਦੇ ਘਰ ਨੇ ਸ਼ਬਦ ਗੁਰੂ ਦਾ ਨਾਮ ਦਿੱਤਾ ਹੈ, ਜਿਸ ਨੂੰ ਸੁਣ ਸੁਣ ਕੇ ਅਸੀਂ ਉਹ ਸ਼ਬਦ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ। ਹੁਣ ਜਦੋਂ ਆਪਾਂ ਨੂੰ ਅੰਦਰੋਂ ਕੋਈ ਧੁਨ ਸੁਣਦੀ, ਇੱਕ ਵਾਰ ਸਾਡਾ ਧਿਆਨ ਜ਼ਰੂਰ ਉਸ ਆਵਾਜ਼ ਵਾਲੇ ਪਾਸੇ ਜਾਂਦਾ ਹੈ, ਉਸ ਨੂੰ ਸੁਣਦੇ ਆਪਾਂ। ਇਹ ਸੇਵਾ ਦਾ ਫਲ ਸਾਨੂੰ ਮਿਲਿਆ, ਇਹ ਸ਼ਬਦ ਗੁਰੂ ਦਾ ਜਿੰਨਾ ਕੁ ਸਮਾਂ ਅਸੀਂ ਸੁਣਿਆ, ਉਹ ਸਾਡੇ ਸਵਾਸ ਜਿਹੜੇ ਨੇ ਇਹ ਲੇਖੇ ਵਿੱਚ ਲੱਗ ਗਏ, ਉਹ ਸਫਲ ਹੋ ਗਏ। ਸੁਣਦਿਆਂ ਸੁਣਦਿਆਂ ਇੰਨੇ ਸਵਾਸ ਅਸੀਂ ਜਮ੍ਹਾਂ ਕਰਾ ਲਏ ਪਰਚੂਨ ਦੇ ਰੂਪ ਦੇ ਵਿੱਚ ਕਿ ਮਾਲਿਕ ਨਿਰੰਕਾਰ ਨੇ ਦਇਆ ਕਰਕੇ ਸਾਨੂੰ ਇਹ ਮਾਨਸ ਜਨਮ ਬਖਸ਼ਿਸ਼ ਕੀਤਾ ਹੈ। ਤਾਈਓ ਪਾਤਸ਼ਾਹ ਕਹਿੰਦੇ ਆ, ਪੂਰਬ ਜਨਮ ਪਰਚੂਨ ਕਮਾਏ ਹਰ 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 ਨਾਮ ਪਿਆਰੇ। ਇਹ ਸੇਵਾ ਜਿਹੜੀ ਕੀਤੀ ਅਸੀਂ, ਸਹਿਜ ਸੁਭਾਅ ਸਾਨੂੰ ਸ਼ਬਦ ਸੁਣਿਆ, ਸਹਿਜ ਸੁਭਾਅ ਨਾ ਵੀ ਸਾਨੂੰ ਗਿਆਨ ਹੋਣ ਕਰਕੇ ਇਹ ਧੁਨ ਸੁਣੀ, ਉਹਦੇ ਵਿੱਚ ਸਾਡਾ ਧਿਆਨ ਜਿੰਨਾ ਕੁ ਲੱਗਿਆ, ਜੇ ਤਾਂ ਸਾਨੂੰ ਗਿਆਨ ਹੁੰਦਾ, ਸੋਝੀ ਹੁੰਦੀ, ਫਿਰ ਤਾਂ ਆਪਾਂ ਉਸ ਧੁਨ ਨੂੰ ਸੁਣ ਕੇ ਉਸ ਵਿੱਚ ਸਮਾ ਕੇ ਮਾਲਿਕ ਨਿਰੰਕਾਰ ਦੇ ਨਾਲ ਮਿਲਾਪ ਕਰ ਲੈਂਦੇ। ਨਹੀਂ ਗਿਆਨ ਸੀ, ਲੇਕਿਨ ਸਾਡੀ ਉਹ ਸੇਵਾ ਉਹ ਵਿਅਰਥ ਨਹੀਂ ਗਈ। ਜਿਹੜਾ ਅਸੀਂ ਧਿਆਨ ਲਾ ਕੇ ਉਸ ਧੁਨ ਨੂੰ ਸੁਣ ਲਿਆ,
ਉਹਦੇ ਕਰਕੇ ਹੀ ਸਾਨੂੰ ਪਾਤਸ਼ਾਹ ਕਹਿੰਦੇ ਉਹ ਗੁਰੂ ਦੀ ਸੇਵਾ ਦੇ ਨਾਲ ਇਹ ਮਾਨ ਸਤਿਕਾਰ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਹੋਏ ਆਪਣੀ ਆਵਾਜ਼ ਵਿੱਚ ਧਿਆਨ ਲਾਉਣੇ ਆ, ਕਿਤੇ ਤੋਂ ਹੋ ਜਾਂਦਾ ਮਨ ਸਾਡਾ। ਇਹੀ ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਅਸੀਂ ਸਿੱਖਣਾ ਹੈ, ਕਿਉਂਕਿ ਇਸ ਮਾਰਗ ਤੇ ਚੱਲਾਂਗੇ, ਇੱਕ ਚਿੱਤ ਹੋ ਕੇ ਚੱਲਾਂਗੇ ਨਾ ਤੇ ਜਿਹੜੇ ਪੰਜ ਚੋਰ ਨੇ ਸਾਨੂੰ ਵਿਚਾਰਾਂ ਵਿੱਚ ਜਾਂਦੇ, ਸਾਡੇ ਨੇੜੇ ਨਹੀਂ ਆਉਂਦੇ। ਇਸ ਤਰੀਕੇ ਨਾਲ ਕੀਤੀ ਹੋਈ ਸਾਡੀ ਜਿਹੜੀ ਇਹ ਸ਼ਬਦ ਦੀ ਕਮਾਈ ਹੈ, ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ, ਕਹਿੰਦੇ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ। ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ। ਜਦੋਂ ਸੱਚੀ ਬਾਣੀ ਨੂੰ ਸੁਣਦੇ ਨਾ, ਸਾਰੇ ਦੁੱਖ ਹੀ ਖਤਮ ਹੋ ਜਾਂਦੇ ਆ, ਸਾਰੇ ਸੰਤਾਪ ਹੀ ਖਤਮ ਹੋ ਜਾਂਦੇ ਆ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ, ਬੜੇ ਵੱਡੇ ਭਾਗ ਨੇ ਜਿਹੜਾ ਆਪਾਂ ਨੂੰ ਮਾਲਕ ਨਿਰੰਕਾਰ ਨੇ ਖੁਸ਼ ਹੋ ਕੇ ਇਹ ਮਾਨਸ ਜਨਮ ਬਖਸ਼ਿਸ਼ ਕੀਤਾ ਹੈ। ਵੱਡੇ ਭਾਗ ਨੇ ਉਸ ਸਮੇਂ ਜਦੋਂ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਮੁਖਾਂ ਨੇ ਜੋ ਕਠਿਨ ਮਾਰਗ ਅਖਤਿਆਰ ਕੀਤਾ ਭਗਤੀ ਦਾ, ਜੋ ਉਹਨਾਂ ਨੇ ਸਿਮਰਨ ਕੀਤਾ, ਅਭਿਆਸ ਕੀਤਾ, ਜੋ ਜੁਗਤੀਆਂ ਤਰੀਕੇ ਵਿਧੀ ਅਪਣਾ ਕੇ ਜੋ ਰਸਤੇ ਵਿੱਚ ਰੁਕਾਵਟਾਂ ਸੀ ਉਹਨਾਂ ਨੂੰ ਦੂਰ ਕਰਕੇ ਆਪਣੇ ਘਰ ਦੇ ਵਿੱਚ ਬੈਠ ਕੇ ਮਾਲਕ ਨਿਰੰਕਾਰ ਨਾਲ ਮਿਲਾਪ ਕੀਤਾ। ਉਹਨਾਂ ਨੇ ਸਾਨੂੰ ਸ਼ਬਦਾਂ ਵਿੱਚ ਸਾਰਾ ਲਿਖ ਕੇ ਆਪਣਾ ਪ੍ਰੈਕਟੀਕਲ ਦੇ ਦਿੱਤਾ ਹੈ। ਲੇਕਿਨ ਹੁਣ ਸਾਨੂੰ ਸੋਝੀ ਨਹੀਂ ਆਉਂਦੀ, ਪੜ੍ਹਦੇ ਜ਼ਰੂਰ ਹੈ ਆਪਾਂ, ਸ਼ਬਦਾਂ ਮਾਹੇ ਵਿਖਾਣੀ ਹੈ, ਸਾਰਾ ਸ਼ਬਦਾਂ ਵਿੱਚ ਵਿਖਿਆਨ ਕੀਤਾ ਹੋਇਆ। ਦੋਹਰਾ ਵੀ ਆਪਾਂ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਲੈ ਦੇ। ਪਾਤਸ਼ਾਹ ਕਹਿੰਦੇ ਜੇ ਆਪ ਨਹੀਂ ਨਾ ਖੋਜਦਾ, ਸਾਨੂੰ ਪਤਾ ਲੱਗਦਾ, ਆਪ ਨਹੀਂ ਸਾਨੂੰ ਪੜ੍ਹ ਕੇ ਭੇਦ ਆਉਂਦਾ, ਤੇ ਫਿਰ ਅਸੀਂ ਪੁੱਛ ਲੈਣਾ। ਪੁੱਛਣਾ ਉਹਨਾਂ ਤੋਂ, ਉਹਨਾਂ ਗਿਆਨੀਆਂ ਤੋਂ ਜਿਨ੍ਹਾਂ ਨੇ ਆਪਣੇ ਆਪ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਨੇ ਮਾਲਕ ਨਿਰੰਕਾਰ ਨਾਲ ਮਿਲਾਪ ਕਰ ਲਿਆ। ਤੇ ਸਾਡੇ ਤੇ ਤਾਂ ਕਿਰਪਾ ਹੀ ਬੜੀ ਕੀਤੀ ਮਾਲਕ ਨਿਰੰਕਾਰ ਨੇ, ਐਸੇ ਮਹਾਂਪੁਰਖਾਂ ਦਾ ਸੰਗ ਬਖਸ਼ਿਸ਼ ਕਰ ਦਿੱਤਾ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਦਾ ਸੰਗ ਕਰਕੇ ਸਤਿਗੁਰੂ ਦੀ ਬਾਣੀ ਦੀ ਸੋਝੀ ਆਈ।
ਇਹ ਜੀਵਨ ਦੀ ਜਾਂਚ ਜਿਹੜੀ ਸਤਿਗੁਰ ਸਾਨੂੰ ਸਿਖਾ ਰਹੇ ਦਾ ਭੇਤ ਆਇਆ। ਤੇ ਧੰਨਵਾਦ ਹੈ ਉਸ ਮਾਲਿਕ ਨਿਰੰਕਾਰ ਦਾ ਜਿਹਨੇ ਕਿਰਪਾ ਕੀਤੀ ਹੈ, ਐਸੇ ਮਹਾਂਪੁਰਖਾਂ ਦਾ, ਐਸੇ ਸਤਿਗੁਰਾਂ ਦਾ ਸਾਨੂੰ ਸੰਗ ਬਖਸ਼ਿਸ਼ ਕੀਤਾ। ਧੰਨਵਾਦ ਸਮੂਹ ਸਾਧ ਸੰਗਤ ਦਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਰਾਤ ਦਿਨ ਉਦਮ ਕਰਕੇ ਗੁਰਮੁਖ ਪਿਆਰੇ ਪਿਛਲੇ ਕਈ ਦਿਨਾਂ ਤੋਂ ਘਰ ਘਰ ਦੇ ਵਿੱਚ ਜਾ ਕੇ, ਪਿੰਡ ਪਿੰਡ ਵਿੱਚ ਜਾ ਕੇ ਜੋ ਸਾਨੂੰ ਸਤਿਗੁਰ ਦੀ ਬਾਣੀ ਦਾ ਹਰੇਕ ਸਿੱਖ ਨੂੰ ਉਪਦੇਸ਼ ਹੈ, ਹਰ ਹਰ ਕਥਾ ਸਦਾ ਨਿਤ ਕਰ ਗੁਰਮੁਖ ਅਕਥ ਕਹਾਣੀ। ਇਹ ਅਕਾਦੀ ਕਹਾਣੀ ਹੈ, ਇਹ ਮਿਲਾਪ ਦਾ ਮਾਰਗ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹਨੂੰ ਅਕਥ ਕਹਾਣੀ ਕੀ ਹੈ ਕਿ ਕਿਵੇਂ ਅਸੀਂ ਮਾਲਕ ਤੋਂ ਵਿਛੜੇ ਹਾਂ, ਕਿਵੇਂ ਉਹਦੇ ਨਾਲ ਮਿਲਾਪ ਕਰਨਾ, ਸਾਰਾ ਸਾਨੂੰ ਗਿਆਨ ਦਿੱਤਾ ਹੋਇਆ ਹੈ। ਗੁਰਮੁਖ ਜਨ ਜਿਹੜੇ ਇਸ ਮਾਰਗ ਤੇ ਚੱਲਦੇ ਨੇ, ਜਿਨ੍ਹਾਂ ਨੇ ਸੰਗ ਕੀਤਾ ਐਸੇ ਮਹਾਂਪੁਰਖਾਂ ਦਾ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਨੇ ਉਪਦੇਸ਼ ਕੀਤਾ ਕਿ ਸਤਿਗੁਰ ਦੀ ਬਾਣੀ ਦਾ ਸਾਨੂੰ ਇਹ ਹੁਕਮ ਹੈ ਕਿ ਸਾਰਿਆਂ ਨੇ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ, ਉਸ ਮਾਲਕ ਨਿਰੰਕਾਰ ਦੀ ਸਿਫਤਸਲਾ ਕਰਨੀ ਹੈ। ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਜਿਹੜਾ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਆ, ਜਿਸ ਨੂੰ ਬਖਸ਼ਾ ਹੈ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਕਹਿੰਦੇ ਜਿਹਨੂੰ ਉਹ ਸਿਫਤ ਸਲਾਹ ਬਖਸ਼ਿਸ਼ ਕਰਦੇ ਨੇ ਉਹ ਪਾਤਸ਼ਾਹ ਦੇ ਪਾਤਸ਼ਾਹ ਨੇ। ਇਸ ਕਰਕੇ ਗੁਰਮੁਖਾਂ ਨੇ ਉਦਮ ਕੀਤਾ ਪਿਛਲੇ ਕਈ ਦਿਨਾਂ ਤੋਂ। ਧੰਨਵਾਦ ਹੈ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਸਿੱਧੂ ਸਾਹਿਬ, ਜਿਨ੍ਹਾਂ ਦੇ ਉਦਮ ਉਪਰਾਲੇ ਸਦਕਾ ਇਹ ਸਾਰਾ ਆਪਾਂ ਨੂੰ ਸੰਯੋਗ ਉਹਨਾਂ ਦੇ ਸਦਕਾ ਸਾਰਾ ਪਰਿਵਾਰ ਜੁੜ ਬੈਠੇ ਆ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ। ਗੁਰਮੁਖਾਂ ਨੇ ਦਿਨ ਰਾਤ ਸੰਚ ਪਾਈਆਂ ਨੇ, ਜਿਨ੍ਹਾਂ ਨੇ ਮਹਾਂਪੁਰਖਾਂ ਦਾ ਸੰਗ ਕੀਤਾ ਆ। ਰਾਤ ਦਿਨ ਇਹ ਸ਼ਬਦ ਦੀ ਜਿਹੜੀ ਸਿਫਤਸਲਾ ਘਰ ਘਰ ਦੇ ਵਿੱਚ ਜਾ ਕੇ, ਪਿੰਡ ਪਿੰਡ ਵਿੱਚ ਜਾ ਕੇ ਕੀਤੀ ਹੈ, ਜਿਨ੍ਹਾਂ ਦੀ ਬਦੌਲਤ ਆਪਾਂ ਸਾਰਾ ਪਰਿਵਾਰ ਸਤਿਗੁਰ ਦੇ ਬਖਸ਼ਿਸ਼ ਕੀਤੇ ਹੋਏ ਗਿਆਨ ਨੂੰ ਆਪਾਂ ਦ੍ਰਿੜ ਕਰ ਰਹੇ, ਆਪਣੇ ਜੀਵਨ ਦਾ ਲਾਹਾ ਲੈ ਰਹੇ ਹਾਂ। ਸੋ ਗੁਰਮੁਖੋ ਇੰਨੇ ਵਿਚਾਰ ਕਰਦਿਆਂ ਹੋਇਆ, ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਗੁਰੂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪਲਸ ਚੈਨਲ ਵਾਲੇ ਗਰਗ ਸਾਹਿਬ ਜੀ ਆਓ ਬੋਲੇ ਸੋਨਿਹਾਰ। ਆਓ ਜੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ